ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪ ਸੰਗਤਾਂ ਦੇ ਨਾਲ ਸੰਤ ਬਾਬਾ ਜਵਾਲਾ ਸਿੰਘ ਜੀ ਹੜਖੋਬਾੜ ਵਾਲੇ ਮਹਾਂਪੁਰਖਾਂ ਦੀ ਜੀਵਨ ਦਾ ਭਾਗ 6ਵਾਂ ਸਾਂਝਾ ਕੀਤਾ ਜਾਵੇਗਾ। ਸੰਤ ਮਹਾਰਾਜ ਦੇ ਮਾਤਾ ਪਿਤਾ ਕੋਈ ਬਹੁਤੇ ਅਮੀਰ ਨਹੀਂ ਸਨ, ਜੋ ਦਾਈ ਆਦਿ ਨੌਕਰ ਰੱਖ ਕੇ ਆਪਣੇ ਪੁੱਤਰ ਦੀ ਪਾਲਣਾ ਕਰਦੇ। ਜ਼ਿਆਦਾ ਕਰਕੇ ਵੱਡੀਆਂ ਭੈਣਾਂ ਜਾਂ ਮਾਤਾ ਦੀ ਗੋਦ ਵਿੱਚ ਹੀ ਪਲੇ। ਸਤਸੰਗੀ ਮਾਹੌਲ ਹਮੇਸ਼ਾ ਬਣਿਆ ਰਹਿੰਦਾ ਸੀ। ਸੰਤ ਬਚਪਨ ਤੋਂ ਹੀ ਰੋਣਾ ਤਾਂ ਜਾਣਦੇ ਹੀ ਨਹੀਂ ਸਨ। ਭੁੱਖ ਪਿਆਸ ਵੇਲੇ ਮਾਤਾ ਜਾਂ ਭੈਣਾਂ ਕੋਲੋਂ ਆਪਣੀ ਖਾਣ ਪੀਣ ਦੀ ਇੱਛਾ ਪੂਰੀ ਕਰ ਲੈਂਦੇ। 6 ਸਾਲ ਦੀ ਉਮਰ ਤੱਕ ਮਾਤਾ ਪਿਤਾ ਦੀ ਆਗਿਆ ਤੇ ਨਿਗਰਾਨੀ ਹੇਠ ਰਹੇ ਅਤੇ ਭੈੜੀ ਸੰਗਤ ਵਾਲੇ ਬੱਚਿਆਂ ਦੀ ਸੰਗਤ ਤੋਂ ਬਚੇ ਰਹੇ। ਆਪ ਜੀ ਇਕਾਂਤ ਵਿੱਚ ਬੈਠਣ ਨੂੰ ਜ਼ਿਆਦਾ ਪਸੰਦ ਕਰਦੇ। ਇਸ ਤਰ੍ਹਾਂ ਚੌਂਕੜਾ ਮਾਰ ਕੇ ਬੈਠਦੇ ਜਿਵੇਂ ਕੋਈ ਜੋਗੀ ਸਮਾਧੀ ਸਥਿਤ ਬੈਠਾ ਹੋਵੇ। ਇਕੱਲਿਆਂ ਬੈਠਿਆਂ ਨੂੰ ਦੇਖ ਕੇ ਵੱਡੇ ਭੈਣ ਭਰਾ ਹੈਰਾਨ ਹੋ ਕੇ ਮਾਤਾ ਜੀ ਨੂੰ ਕਹਿੰਦੇ ਕਿ ਜਵਾਲਾ ਸਿੰਘ ਸਾਡੇ ਨਾਲ ਹੱਸਦੇ ਖੇਡਦੇ ਕਿਉਂ ਨਹੀਂ। ਤਾਂ ਮਾਤਾ ਨੇ ਸਰੇਬ ਭਰੇ ਲਹਿਜੇ ਵਿੱਚ ਪੁੱਤਰ ਨੂੰ ਕੁੱਛੜ ਚੱਕ ਕੇ ਮੁੱਖ ਚੁੰਮਣਾ ਤੇ ਮਿਠਾਸ ਭਰੇ ਸ਼ਬਦਾਂ ਵਿੱਚ ਆਖਣਾ ਕਿ ਬੇਟਾ ਤੂੰ ਇਕੱਲਿਆਂ ਹੀ ਅੱਖਾਂ ਬੰਦ ਕਰਕੇ ਉਦਾਸ ਹੋ ਕੇ ਕਿਉਂ ਬਹਿੰਦਾ ਹੈ। ਸੰਤਾਂ ਨੇ ਆਪਣੀ ਮਾਂ ਨੂੰ ਖੁਸ਼ ਕਰਨ ਲਈ ਹੱਸ ਪੈਣਾ ਤੇ ਉਹਨਾਂ ਦੇ ਹਾਸੇ ਨਾਲ ਸਾਰਾ ਪਰਿਵਾਰ ਵੀ ਖੁਸ਼ ਹੋ ਜਾਂਦਾ। ਆਯੂ ਦੇ 6 ਸਾਲ ਪੂਰੇ ਹੋਣ ਤੇ ਪਿਤਾ ਨਾਰਾਇਣ ਸਿੰਘ ਨੇ ਜਵਾਲਾ ਸਿੰਘ ਦੇ ਵੱਡੇ ਪੁੱਤਰ ਅਸ਼ਰ ਸਿੰਘ ਨੂੰ ਨਾਲ ਲੈ ਕੇ ਮਾਹਿਲਪੁਰ ਦੇ ਪ੍ਰਾਇਮਰੀ ਸਕੂਲ ਵਿੱਚ ਦਾਖਲ ਕਰਵਾ ਦਿੱਤਾ। ਪਰ ਸੰਤ ਜੀ ਦੀ ਰੁਚੀ ਪੜ੍ਹਾਈ ਵੱਲ ਘੱਟ ਸੀ। ਪਰ ਇਹ ਗੱਲ ਜ਼ਰੂਰ ਸੀ ਕਿ ਮੁਨਸ਼ੀ ਜਿੰਨਾ ਸਬਕ ਪੜ੍ਹਾਉਂਦਾ ਤੇ ਸਿਖਾਉਂਦਾ ਉਹ ਸਹਿਜੇ ਹੀ ਯਾਦ ਕਰ ਲੈਂਦੇ। ਪੜ੍ਹਾਈ ਤੇ ਲਿਖਾਈ ਵਿੱਚ ਸਾਰੇ ਬੱਚਿਆਂ ਨਾਲੋਂ ਅੱਗੇ ਸਨ। ਇਸ ਤਰ੍ਹਾਂ 5 ਸਾਲ ਪੂਰੇ ਕੀਤੇ ਤੇ ਫਿਰ ਨਿਮਰਤਾ ਸਹਿਤ ਮਾਤਾ ਜੀ ਕੋਲ ਅੱਗੋਂ ਪੜ੍ਹਨ ਤੋਂ ਇਨਕਾਰ ਕਰ ਦਿੱਤਾ। ਪਰ ਪਿਤਾ ਜੀ ਨੇ ਕਿਹਾ ਕਿ ਜੇ ਤੇਰਾ ਮਨ ਇਲਮ ਪੜ੍ਹਨ ਵਿੱਚ ਨਹੀਂ ਲੱਗਦਾ ਤਾਂ ਗੁਰਦੁਆਰੇ ਜਾ ਕੇ ਗੁਰਮੁਖੀ ਸਿੱਖਿਆ ਕਰ, ਜੋ ਕਿ ਸਤਿਗੁਰਾਂ ਦੀ ਪਵਿੱਤਰ ਭਾਸ਼ਾ ਹੈ। ਇਸ ਤਰ੍ਹਾਂ ਸੰਤ ਜੀ ਲਗਭਗ 12 ਸਾਲ ਦੀ ਉਮਰ ਵਿੱਚ ਗੁਰਦੁਆਰੇ ਦੇ ਗ੍ਰੰਥੀ ਕੋਲੋਂ ਗੁਰਮੁਖੀ ਸਿੱਖਣ ਲੱਗ ਪਏ, ਜਿੱਥੇ ਉਹਨਾਂ ਨੇ ਬਹੁਤ ਜਲਦੀ ਹੀ ਗੁਰਬਾਣੀ ਦੀਆਂ ਪੋਥੀਆਂ ਜਿਵੇਂ 5 ਗ੍ਰੰਥੀ, 10 ਗ੍ਰੰਥੀ, 22-12 ਭਗਤ ਬਾਣੀ ਤੇ ਹਨੂਮਾਨ ਨਾਟਕ ਵੀ ਪੜ੍ਹ ਲਏ। ਫਿਰ ਉਹਨਾਂ ਨੇ ਕੜਾਹ ਪ੍ਰਸ਼ਾਦ ਕਰਵਾ ਕੇ ਅਰਦਾਸਾ ਸੁਧਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਸੰਥਿਆ ਲੈਣੀ ਸ਼ੁਰੂ ਕਰ ਦਿੱਤੀ। ਉਸ ਸਮੇਂ ਸੰਤਾਂ ਦੀ ਆਯੂ 13 ਵਰ੍ਹਿਆਂ ਦੀ ਸੀ। ਪਾਠ ਦੀ ਸੰਥਿਆ ਉਪਰੰਤ ਆਪ ਪਿਤਾ ਜੀ ਦੇ ਨਾਲ ਖੇਤੀਬਾੜੀ ਦਾ ਕੰਮ ਕਰਵਾਉਂਦੇ। ਜਦੋਂ ਇਕੱਲੇ ਖੇਤਾਂ ਵਿੱਚ ਹੁੰਦੇ ਤਾਂ ਕਿਸੇ ਵੀ ਗਰੀਬ ਗੁਰਬੇ ਨੂੰ ਘਾਹ ਆਦਿਕ ਪੱਠੇ ਵੱਢਣ ਤੋਂ ਇਨਕਾਰ ਨਾ ਕਰਦੇ। ਚੋਰੀ ਪੱਠਣ ਵੱਢਣ ਵਾਲੇ ਨੂੰ ਕਦੇ ਗੁੱਸੇ ਨਾ ਹੁੰਦੇ, ਸਗੋਂ ਆਪ ਪੰਡ ਚੁਕਾਉਂਦੇ ਹੋਏ ਕਹਿੰਦੇ ਭਲਿਆ ਪੁਰਸ਼ਾ, ਚੋਰੀ ਦੀ ਆਦਤ ਚੰਗੀ ਨਹੀਂ ਹੁੰਦੀ, ਕਿਉਂਕਿ ਇਸ ਨਾਲ ਵਿਅਕਤੀ ਵਿੱਚ ਇਖਲਾਕੀ ਗਿਰਾਵਟ ਆਉਂਦੀ ਹੈ। ਇਹ ਗੱਲ ਸਾਰੇ ਪਿੰਡ ਵਿੱਚ ਮਸ਼ਹੂਰ ਹੋ ਗਈ ਕਿ ਜਵਾਲਾ ਸਿੰਘ ਬਹੁਤ ਵਿਸ਼ਾਲ ਦਿਲ ਵਾਲਾ ਇਨਸਾਨ ਹੈ, ਜੋ ਕਿਸੇ ਗਰੀਬ ਗੁਰਬੇ ਨੂੰ ਕੁਝ ਨਹੀਂ ਕਹਿੰਦਾ, ਸਗੋਂ ਉਹਨਾਂ ਦੀ ਹਰ ਪੱਖ ਤੋਂ ਇਮਦਾਦ ਕਰਦਾ ਹੈ। ਇਹੀ ਕਾਰਨ ਸੀ ਕਿ ਸਾਰੇ ਪਿੰਡ ਵਿੱਚ ਉਹਨਾਂ ਦਾ ਹੱਦੋਂ ਵੱਧ ਸਤਿਕਾਰ ਸੀ। ਜਦੋਂ ਬਾਬਾ ਜਵਾਲਾ ਸਿੰਘ ਜੀ ਲਗਭਗ 18 ਵਰ੍ਹਿਆਂ ਦੇ ਹੋ ਗਏ ਤਾਂ ਮਾਤਾ ਪਿਤਾ ਦੀ ਆਗਿਆ ਅਨੁਸਾਰ ਸੰਨ 1907 ਈਸਵੀ ਨੂੰ ਭਰਤੀ ਹੋਣ ਲਈ ਭਰਤੀ ਕਮਾਂਡਰ ਦੇ ਦਫ਼ਤਰ ਵਿੱਚ ਆਪਣਾ ਨਾਂ ਦਰਜ ਕਰਵਾ ਦਿੱਤਾ। ਜਦੋਂ ਭਰਤੀ ਕਮਾਂਡਰ ਰੱਟ ਸਾਹਿਬ ਨੇ ਸੰਤਾਂ ਦਾ ਖੂਬਸੂਰਤ ਸਰੀਰ ਕਰੀਬ 6.5 ਫੁੱਟ ਲੰਮਾ ਕੱਦ ਦੇਖਿਆ ਤਾਂ ਬਹੁਤ ਖੁਸ਼ ਹੋਇਆ ਅਤੇ ਕਹਿਣ ਲੱਗਾ ਕਿ ਇਹੋ ਜਿਹੇ ਦਰਸ਼ਨੀ ਜਵਾਨ ਸਾਨੂੰ ਕਦੇ-ਕਦੇ ਮਿਲਦੇ ਨੇ। ਇਸ ਲਈ ਭਰਤੀ ਕਮਾਂਡਰ ਨੇ ਡਾਕਟਰ ਕੋਲ ਆਪ ਜਾ ਕੇ ਸੰਤਾਂ ਨੂੰ ਫਿੱਟ ਫਾਟ ਕਰਵਾ ਦਿੱਤਾ। ਆਪ ਭਰਤੀ ਹੋ ਕੇ 34 ਨੰਬਰ ਸਿੱਖ ਰੈਜੀਮੈਂਟ ਵਿੱਚ ਚਲੇ ਗਏ। ਸਭ ਤੋਂ ਪਹਿਲਾਂ ਆਪ ਜੀ ਨੂੰ ਰਾਵਲਪਿੰਡੀ ਛਾਉਣੀ ਭੇਜਿਆ ਗਿਆ। ਰਾਵਲਪਿੰਡੀ ਅੱਜਕੱਲ ਪਾਕਿਸਤਾਨ ਦਾ ਕੇਂਦਰ ਤੇ ਫੋਰਸ ਹੈੱਡਕੁਆਰਟਰ ਹੈ। ਸਿਵਲੀਅਨ ਚੀਫ ਕੋਰਟ ਆਦਿਕ ਵੀ ਇੱਥੇ ਹੀ ਹਨ। ਸੰਤ ਜੀ ਪਲਟਨ ਵਿੱਚ ਹੁੰਦਿਆਂ ਸਭ ਦੇ ਦਿਲ ਵਿੱਚ ਸਤਿਕਾਰ ਦੇ ਪਾਤਰ ਸਨ। ਉਹਨਾਂ ਦੀ ਸਰੀਰਕ ਬਣਤਰ ਵੀ ਕੁਝ ਅਜਿਹੀ ਸੀ ਜਿਸ ਤਰ੍ਹਾਂ ਕਿ ਪ੍ਰਮਾਤਮਾ ਨੇ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਦਾ ਮਹਾਵਾਕ ਪੂਰਾ ਕਰ ਦਿਖਾਇਆ ਹੋਵੇ। ਜਿੱਥੇ ਆਪ ਸੁੰਦਰ ਸਰੀਰ ਦੇ ਮਾਲਕ ਸਨ, ਉੱਥੇ ਫਰਤੀਲੇ ਵੀ ਵੱਧ ਹੀ ਸਨ। ਸੁੰਦਰਤਾ ਤੇ ਚੁਸਤੀ ਦੇ ਇਸ ਸੰਜੋਗ ਕਰਕੇ ਹੀ ਆਪ ਜੀ ਦੇ ਸਾਥੀ ਉਹਨਾਂ ਨੂੰ ਮੋਹਣੀ ਅਵਤਾਰ ਦੀ ਸੰਗਿਆ ਦਿੰਦੇ ਸਨ। ਪਰ ਇੱਕ ਤਰ੍ਹਾਂ ਨਾਲ ਸੰਤ ਜਵਾਲਾ ਸਿੰਘ ਜੀ ਦਾ ਤਖੱਲਸ ਹੀ ਬਣ ਗਿਆ ਸੀ। ਰੰਗ ਰੂਟੀ ਕਰਨ ਤੋਂ ਬਾਅਦ ਜਦੋਂ ਰਾਈਫਲ ਚਲਾਉਣ ਦੀ ਚਾਂਦ ਮਾਰੀ ਕੀਤੀ ਤਾਂ ਆਪ ਸਭ ਤੋਂ ਵਧੀਆ ਨਿਸ਼ਾਨ 'ਚ ਹੀ ਗਰਦਾਨੇ ਗਏ। ਫਿਰ 94 ਰੰਗ ਰੂਟ ਬ੍ਰਿਗੇਡ
ਵਿੱਚ ਇਕੱਠੇ ਹੋਏ ਸਾਰੇ ਰੰਗ ਰੂਟਾਂ ਦੀ ਚਾਂਦ ਮਾਰੀ ਪਰੇਡ ਹੋਈ। ਫਿਰ ਵੀ ਸੰਤ ਜੀ ਸਾਰੇ ਬ੍ਰਿਗੇਡ ਦੇ ਰੰਗ ਰੂਟਾਂ ਵਿੱਚੋਂ ਅੱਬਲ ਆਏ ਤੇ ਸਾਲ ਬਾਅਦ ਪਲਟਨ ਦੀਆਂ ਖੇਡਾਂ ਹੋਈਆਂ ਤਾਂ 100, 120, 240, 440 ਅਤੇ 880 ਗਜ ਦੀਆਂ ਦੌੜਾਂ ਵਿੱਚੋਂ ਵਾਹਵਾ ਇਨਾਮ ਜਿੱਤੇ ਮਹਾਂਪੁਰਖਾਂ ਨੇ। ਸੰਤਾਂ ਦੀਆਂ ਇਹਨਾਂ ਸ਼ਾਨਦਾਰ ਸਫਲਤਾਵਾਂ ਨੂੰ ਮੱਦੇ ਨਜ਼ਰ ਰੱਖਦਿਆਂ ਅਫਸਰਾਂ ਨੇ ਉਹਨਾਂ ਦੇ ਆਮ ਪਹਿਰੇ ਮੁਆਫ ਕਰ ਦਿੱਤੇ ਤੇ ਪਰੇਡਾਂ ਵੀ ਘਟਾ ਦਿੱਤੀਆਂ। ਦੂਜੇ ਸਾਲ ਸਾਰੇ ਏਰੀਏ ਦੀਆਂ ਖੇਡਾਂ ਹੋਈਆਂ ਜਿਨ੍ਹਾਂ ਵਿੱਚ ਲੰਮੀ ਛਾਲ ਦਾ ਆਪ ਜੀ ਨੇ ਰਿਕਾਰਡ ਤੋੜਿਆ ਤੇ ਇਨਾਮ ਪ੍ਰਾਪਤ ਕੀਤਾ। ਉਸ ਦਿਨ ਤੋਂ ਹੀ ਸੰਤਾਂ ਨੂੰ ਖੇਡਾਂ ਦਾ ਰੁਸਤਮ ਆਖਣ ਲੱਗ ਪਏ। ਸਾਰੇ ਫੌਜੀਆਂ ਤੇ ਅਫਸਰਾਂ ਵਿੱਚ ਸੰਤਾਂ ਪ੍ਰਤੀ ਪਿਆਰ ਭਾਵਨਾ ਵੱਧ ਗਈ। ਇੱਥੋਂ ਤੱਕ ਕਿ ਵਰਦੀ ਤੇ ਬੂਟਾਂ ਤੱਕ ਸਭ ਕੁਝ ਸਾਫ਼ ਆਪ ਕਰਕੇ ਦਿੰਦੇ। ਸੰਤਾਂ ਨੂੰ ਵਰਦੀ ਵਿੱਚ ਸਮੇਟਿਆਂ ਦੇਖ ਕੇ ਸੀਓ ਨਿਸ਼ਾਨਾ ਜਵਾਨ ਚੁਣ ਲੈਂਦੇ। ਭਾਵ ਜਦੋਂ ਬ੍ਰਿਗੇਡ ਜਾਂ ਪੂਰੇ ਡਿਵੀਜ਼ਨ ਦੀ ਪਰੇਡ ਹੁੰਦੀ ਤਾਂ ਪਲਟਨ ਦੇ ਨਿਸ਼ਾਨਾਂ ਨੂੰ ਚੁੱਕਣ ਵਾਲੇ ਸਰਦਾਰਾਂ ਨਾਲ 2 ਗਾਰਦੀ ਸਿਪਾਹੀ ਹੁੰਦੇ। ਜਿਸ ਗਰੁੱਪ ਵਿੱਚ ਜੋ ਸਰਦਾਰ ਇੰਡੀਅਨ ਅਫਸਰ ਭਾਵ ਨਾਇਬ ਸੂਬੇਦਾਰ ਜਾਂ ਸੂਬੇਦਾਰ ਜੋ ਪਲਟਨ ਦੇ ਨਿਸ਼ਾਨਾ ਝੰਡਿਆਂ ਨੂੰ ਚੁੱਕਦੇ ਅਤੇ 2 ਸਿਪਾਹੀ ਬਾਵਰਦੀ ਰਾਈਫਲ ਸਮੇਤ ਪੂਰੀ ਤਰ੍ਹਾਂ ਨਾਲ ਗਾਰਡ ਦੀ ਵਿਧੀ ਅਨੁਸਾਰ ਨਿਸ਼ਾਨਾਂ ਦੇ ਨਾਲ ਹੁੰਦੇ। ਇੱਕ ਨਾਲ ਹਵਲਦਾਰ ਵਰਦੀ ਸਮੇਤ ਆਪਣਾ ਜਾਲ ਪਹਿਨ ਕੇ ਹੁੰਦਾ। ਇਹ ਸਾਰੀ ਪਾਰਟੀ ਪਲਟਨ ਵਿੱਚੋਂ ਚੁਣਵੇਂ ਸੁੰਦਰ ਰਿਸ਼ਭ ਵਾਲੇ ਹੋਇਆ ਕਰਦੇ ਸਨ। ਸੰਤਾਂ ਨੂੰ ਬਟਾਲੀਅਨ ਦਾ ਸੀਓ ਲਾਜ਼ਮੀ ਤੌਰ ਤੇ ਇਹਨਾਂ ਵਿੱਚ ਚੁਣ ਲੈਂਦਾ। ਇਸ ਤਰ੍ਹਾਂ 2.5 ਸਾਲ ਪੂਰੇ ਕੀਤੇ ਤੇ ਇੰਨੇ ਸਮੇਂ ਦੌਰਾਨ 2 ਵਾਰੀ ਛੁੱਟੀ ਵੀ ਆਏ ਤੇ ਪਹਿਲੀ ਤਨਖਾਹ ਕੁਝ ਗਰੀਬਾਂ ਵਿੱਚ ਵੰਡ ਦਿੱਤੀ ਤੇ ਬਾਕੀ ਦਾ ਹਰਿਮੰਦਰ ਸਾਹਿਬ ਸ਼੍ਰੀ ਅੰਮ੍ਰਿਤ ਸਾਹਿਬ ਦਰਸ਼ਨ ਕਰਨ ਸਮੇਂ ਕੜਾਹ ਪ੍ਰਸ਼ਾਦ ਕਰਵਾ ਦਿੱਤਾ। ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਉਪਰੰਤ ਬਾਕੀ ਸਾਰੀ ਮਾਇਆ ਮਾਤਾ ਪਿਤਾ ਨੂੰ ਅਰਪਣ ਕਰ ਦਿੱਤੀ ਤੇ ਉਹਨਾਂ ਤੋਂ ਅਸੀਸਾਂ ਲਈਆਂ। ਛੁੱਟੀ ਕੱਟਣ ਤੋਂ ਬਾਅਦ ਫਿਰ ਰਾਵਲਪਿੰਡੀ ਪਲਟਨ ਵਿੱਚ ਹਾਜ਼ਰ ਹੋ ਗਏ। ਸੋ ਇਤਨੀਆਂ ਬੇਨਤੀਆਂ ਪ੍ਰਵਾਨ ਜੀ। ਮਹਾਂਪੁਰਖਾਂ ਦਾ ਬਾਕੀ ਜੀਵਨ ਅਗਲੀਆਂ ਵੀਡੀਓਜ਼ ਦੇ ਵਿੱਚ ਅਪਲੋਡ ਕੀਤਾ ਜਾਵੇਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜਵਾਲਾ ਸਿੰਘ ਜੀ ਦੇ ਪਿਛਲੇ ਭਾਗ ਵੇਖਣ ਦੇ ਲਈ ਉੱਪਰ ਆਈ ਬਟਨ ਤੇ ਪਲੇਲਿਸਟ ਤੇ ਕਲਿੱਕ ਕਰੋ ਤੇ ਬਾਬਾ ਜਰਨੈਲ ਸਿੰਘ ਜੀ ਦੇ ਵੀ ਉੱਪਰ ਆਈ ਬਟਨ ਤੇ ਪਲੇਲਿਸਟ ਬਣੀ ਹੋਈ ਹੈ। ਉੱਥੇ ਜਾ ਕੇ ਆਪ ਸੰਗਤਾਂ ਪਿਛਲੇ ਭਾਗ ਵੇਖ ਸਕਦੀਆਂ ਹੋ ਤੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀਆਂ ਵੀਡੀਓਜ਼ ਦੇ ਵੀ ਉੱਪਰ ਜਾ ਕੇ ਉਸੇ ਤਰ੍ਹਾਂ ਆਈ ਬਟਨ ਤੇ ਕਲਿੱਕ ਕਰਕੇ ਆਪ ਜੀ ਪਲੇਲਿਸਟ ਦੇ ਵਿੱਚ ਜਾ ਕੇ ਪਾਰਟਸ ਵੇਖ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।